ਆਪਾਂ ਹਾਈਬ੍ਰਿਡਾਈਜੇਸ਼ਨ ਰਿਵਾਈਜ਼ ਕਰਾਂਗੇ। ਯੈਸਟਰਡੇ ਵੀ ਕੰਪਲੀਟਡ ਗਰੁੱਪ 15, ਠੀਕ ਹੈ। ਕੱਲ ਆਪਣਾ ਗਰੁੱਪ 15 ਦਾ ਟੈਸਟ ਹੈ, ਠੀਕ ਹੈ ਨਾ। ਸੋ ਅੱਜ ਆਪਾਂ ਹਾਈਬ੍ਰਿਡਾਈਜੇਸ਼ਨ ਵੈਸੇ ਰਿਵਾਈਜ਼ ਕਰ ਰਹੇ ਹਾਂ। ਸੋ ਦੇਖੋ ਉਹਦੇ ਪੁਆਇੰਟਸ ਟੂ ਬੀ ਰਿਮੈਂਬਰ, मतलब ਆਪਾਂ ਬਿਲਕੁਲ ਸਿੰਪਲ ਵੇ ਨਾਲ ਕਰਦੇ ਹਾਂ। ਦੇਖੋ ਆਪਣੇ ਕੋਲ ਜਿਹੜੀਆਂ ਰੈਗੂਲਰ ਸ਼ੇਪਸ ਹੁੰਦੀਆਂ, ਠੀਕ ਹੈ। This is called linear shape। ਜਦੋਂ ਆਪਣੇ ਕੋਲ ਇੱਕ ਸੈਂਟਰਲ ਐਟਮ ਹੈ और दो साइड एटम्स है with each angle 180 degrees। दो सिग्मा बॉन्ड्स है ਇੱਥੇ, ਇਸ ਤੋਂ ਘੱਟ ਆਪਣੇ ਕੋਲ ਅਵੇਲੇਬਲ ਹੀ ਨਹੀਂ। ਅਗਰ ਇੱਕ ਸਿੰਗਲ ਬੌਂਡ ਹੋਵੇ ਤਾਂ ਆਪਣੇ ਕੋਲੇ ਕੋਈ ਸੈਂਟਰਲ ਐਟਮ ਨਹੀਂ ਹੁੰਦਾ, ਤਾਂ ਉੱਥੇ ਕੋਈ ਹਾਈਬ੍ਰਿਡਾਈਜੇਸ਼ਨ ਨਹੀਂ ਹੁੰਦੀ, ਕਿਉਂਕਿ ਹਾਈਬ੍ਰਿਡਾਈਜੇਸ਼ਨ ਸਿਰਫ ਸੈਂਟਰਲ ਐਟਮ ਦੀ ਹੁੰਦੀ ਹੈ, ਹੋਰ ਕਿਸੇ ਐਟਮ ਦੀ ਨਹੀਂ। ਦੇਖੋ ਜੇ ਮੈਂ ਹੁਣ H2SO4 ਦਾ ਸਟਰਕਚਰ ਬਣਾਵਾਂ ਤਾਂ this is H2SO4। ਤਾਂ ਇੱਥੇ ਤਿੰਨ ਐਟਮਸ ਦੀ ਹਾਈਬ੍ਰਿਡਾਈਜੇਸ਼ਨ ਹੋਊਗੀ, ਇੱਕ ਸਲਫਰ, ਦੋ ਆਵਲੇ ਆਕਸੀਜਨਸ। ਯੂ ਗੈਟਿੰਗ ਅ ਪੁਆਇੰਟ? ਕਿਉਂਕਿ ਇਹ ਸੈਂਟਰ ਤੇ ਨੇ, ਇਹ ਵਾਲੇ ਆਕਸੀਜਨ ਦੇ ਇੱਕ ਪਾਸੇ ਸਲਫਰ, ਇੱਕ ਪਾਸੇ ਹਾਈਡਰੋਜਨ। ਜਿਹੜਾ ਆਵਲੇ ਦੋ ਆਕਸੀਜਨਸ ਹੈ ਤੇ ਹਾਈਡਰੋਜਨਸ ਹੈ, ਇਹਨਾਂ ਦੀ ਕੋਈ ਹਾਈਬ੍ਰਿਡਾਈਜੇਸ਼ਨ ਨਹੀਂ ਹੋਊਗੀ। पहले पे कर बारिश पहले पे कर, ठीक है। सिर्फ सेंट्रल एटम्स आर हाइब्रिडाइज्ड, और कोई एटम नहीं। सो देखो ਇੱਥੇ ਇੱਕ ਸੈਂਟਰਲ ਐਟਮ ਹੈ, ਜੇ ਮੈਂ ਇੱਕ ਬੌਂਡ ਚੱਕ ਦਵਾਂ ਇਹਦੇ ਚੋਂ ਤਾਂ ਮੇਰੇ ਕੋਲ ਕੋਈ ਸੈਂਟਰਲ ਐਟਮ ਹੀ ਨਹੀਂ ਬਚਣਾ, ਠੀਕ ਹੈ। ਨਾਓ ਹਾਈਬ੍ਰਿਡਾਈਜੇਸ਼ਨ A ਦੀ ਇੱਥੇ ਕਿੰਨੀ ਹੋਏਗੀ? ਠੀਕ ਹੈ। हाइब्रिडाइजेशन किवें कैलकुलेट करते हैं? बिल्कुल सिंपल मेथड, कितने सिग्मा बॉन्ड्स है प्लस कितने लोन पेयर्स है, जितना टोटल बनूगा उन्ने ऑर्बिटल चाहिए। देखो सिग्मा बॉन्ड कितने, एक इधर दो, लोन पेयर कोई है नहीं, सो sp दो ऑर्बिटल चाहिए ने, एक s एक p। ਹੁਣ देखो ਉਹਦੇ ਤਿੰਨ ਦੇ ਵਿੱਚ ਆਪਣੇ ਕੋਲ ਦੋ ਕੇਸ ਬਣਨਗੇ। ਪਹਿਲਾ ਸੈਂਟਰਲ ਐਟਮ B and B। So shape कितनी बन गई? Triangle with each angle 120 degrees। Hybridization कितनी होगी? sp2। ਇਹਦੇ ਵਿੱਚ ਮੇਰੇ ਕੋਲ ਇੱਕ ਕੇਸ ਹੋਰ ਬਣ ਜਾਊਗਾ, ਕਿਹੜਾ? ਇਹਦੇ ਵਿੱਚ ਮੇਰੇ ਕੋਲ ਇੱਕ ਕੇਸ ਹੋਰ ਬਣ ਜਾਊਗਾ। ਤਿੰਨਾਂ ਵਿੱਚੋਂ ਇੱਕ ਜਗ੍ਹਾ ਤੇ ਲੋਨ ਪੇਅਰ ਹੋਊਗਾ ਤੇ ਦੋ ਬੌਂਡ। देखो ना ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਆਟੋਮੈਟਿਕਲੀ ਆਨਸਰ ਆਊਗਾ। ਸੋ ਦੇਖੋ ਇਹੀ A B B, ਉੱਪਰ ਵਾਲੇ B ਦੀ ਜਗ੍ਹਾ ਤੇ ਮੈਂ ਕੀ ਲਗਾਤਾ? ਲੋਨ ਪੇਅਰ। ਤਾਂ ਹਾਈਬ੍ਰਿਡਾਈਜੇਸ਼ਨ ਦੇਖੋ ਅਗੇਨ 1 2 3 ਕਿੰਨੀ ਹੋਈ? sp2। ਐਂਗਲ ਹੁਣ ਆਪਾਂ ਸਪੈਸੀਫਾਈ ਨਹੀਂ ਕਰ ਸਕਦੇ ਕਿਉਂਕਿ ਐਂਗਲ ਵਿਲ ਚੇਂਜ, ਠੀਕ ਹੈ। ਹੋ ਗਿਆ ਇਹ ਸ਼ੇਪ ਕਿਹੜੀ ਹੋਈ? ਇਹ ਬੈਂਡ। ਦਿਸ ਇਜ਼ ਕਾਲਡ ਬੈਂਡ या फिर एंगुलर। डन, क्लियर और ठीक है। सो अब अगले केस पे मूव करते हैं। जो सेंट्रल एटम होगा ते चार होंगे साइड एटम्स, ते अपने को शेप होगी tetrahedral with each angle 109 degree 28 minutes। this shape is called tetrahedral shape। A दी हाइब्रिडाइजेशन होगी sp3, ठीक है। उन केसेस केड़े-केड़े बनेंगे? पहला केस 3 सिग्मा एक लोन पेयर, अगला केस 2 सिग्मा ते दो लोन पेयर्स। इजी है कि नहीं? ठीक है। हाइब्रिडाइजेशन 1 2 3 4 sp3, 1 2 3 4 sp3। एंगल्स अगेन दे विल चेंज, ठीक है। दिस शेप इज कॉल्ड पिरामिडल। ये वाली अगेन सेम ही है, बेंट या एंगुलर। अगर बेंट विद वन लोन पेयर है तो ऑफ कोर्स sp2, अगर बेंट विद टू लोन पेयर्स है तो
sp3 ਈਜ਼ੀ ਸਭ ਤੋਂ ਸੌਖਾ ਵੇ ਹੈ ਹਾਈਬ੍ਰਿਡਾਈਜੇਸ਼ਨ ਤੋਂ ਕਰਨ ਦਾ ਠੀਕ ਹੈ राधे ਹੁਣ ਆਪਾਂ ਪੰਜ ਪੇਅਰਸ ਤੇ ਮੂਵ ਕਰਦੇ ਹਾਂ रेगुलर शेप इज कॉल्ड नीचे एक ट्रायंगल होगा ये नॉर्मल ट्रायंगल है इसी तरह और वो पिरामिड शो करके ऐसा बनाया दो पिरामिड्स होंगे ये बेसिकली किवें हो रहा है तीन लाइन प्लेन पे है ऐसा ठीक है 3 इन द प्लेन ਜਿਹੜੇ ਦੋ ਪਿਰਾਮਿਡਸ ਬਣਾਏ ਨੇ ਉਹ ਬੋਰਡ ਤੇ ਜਿਵੇਂ ਮਰਜ਼ੀ ਲੱਗਣ ਉਹ ਕਿਵੇਂ ਨੇ ਇੱਕ ਅਬਵ ਦ ਪਲੇਨ ਇੱਕ ਬਿਲੋ ਦ ਪਲੇਨ ਡਨ ਠੀਕ ਹੈ ਜੀ ਨਾਓ ਹੁਣ ਤੁਹਾਡਾ ਰੋਲ ਕੀ ਹੈ ਯਾਦ ਰੱਖਣ ਦਾ ਅੱਛਾ ਪੰਜ ਹੋ ਗਏ ਤਾਂ sp3 d ਹੁਣ d ਸਟਾਰਟ ਹੋ ਜਾਊਗਾ ਹੁਣ ਤੁਹਾਡਾ ਰੋਲ ਯਾਦ ਰੱਖਣ ਦਾ ਕੀ ਹੈ ਕਿ ਜਦੋਂ ਆਪਣੇ ਕੋਲ ਦੇਖੋ ਇੱਥੇ ਤੱਕ ਕੋਈ ਰੌਲਾ ਹੀ ਨਹੀਂ ਚਾਹੇ ਤੁਸੀਂ ਇੱਥੇ ਲੋਨ ਪੇਅਰ ਲਗਾ ਕੇ b ਇੱਥੇ ਲਗਾ ਦੋ ਤਾਂ ਵੀ ਸ਼ੇਪ ਤਾਂ ਬੈਂਟ ਹੀ ਬਣੀ ਨਾ ਕਿਉਂਕਿ ਪਲੇਨ ਚ ਨੇ ਇਹ ਹੈਨਾ ਇੱਥੇ ਪਲੇਨਸ ਤਾਂ ਹੈ ਨਹੀਂ ਹੁੰਦਾ ਤਾਂ 3D ਹੈ ਬਟ ਚਾਰੋਂ ਇਕੁਅਲ ਡਿਸਟੈਂਸ ਤੇ ਹੁੰਦੇ ਆ ਇੱਥੇ ਫਰਕ ਪਊਗਾ ਤੇ ਤੁਸੀਂ ਯਾਦ ਇਹ ਰੱਖਣਾ ਹੈ ਕਿ ਜਦੋਂ ਪੰਜ ਪੇਅਰ ਹੋਣਗੇ sp3d ਹਾਈਬ੍ਰਿਡਾਈਜੇਸ਼ਨ ਹੋਊਗੀ ਤਾਂ ਜਿਹੜਾ ਲੋਨ ਪੇਅਰ ਹੈ ਉਹ ਟ੍ਰਾਇੰਗਲ ਤੇ ਜਾਊਗਾ ਨਾ ਕਿ ਪਿਰਾਮਿਡ ਤੇ ਡਨ ਕਿੱਥੇ ਜਾਊਗਾ ਟ੍ਰਾਇੰਗਲ ਤੇ ਸੋ ਹੁਣ ਆਪਾਂ ਪਹਿਲਾ ਲੋਨ ਪੇਅਰ ਲਗਾਉਂਦੇ ਹਾਂ ਇਹਦਾ ਪਹਿਲਾਂ ਹੀ ਯਾਦ ਕਰ ਲਾਂਗੇ ਹਾਈਬ੍ਰਿਡਾਈਜੇਸ਼ਨਸ ਦਾ ਨਾ ਸੋ ਲੋਨ ਪੇਅਰ ਸ਼ੇਪ ਕਿਹੜੀ ਬਣ ਗਈ seesaw so this is called seesaw done second case ठीक है शेप केड़ी बन गई रे this is called T shape next and this is called linear I hope this continue ठीक है done तो clear so this is about sp3d hybridization ठीक है ਹੁਣ ਆਪਾਂ ਨੈਕਸਟ sp3d2 ਜਦੋਂ ਆਪਣੇ ਕੋਲ 6 ਪੇਅਰਸ ਹੋਣਗੇ ਸੋ ਦੇਖੋ ਉਹਨਾਂ ਦੇ ਹਾਂਜੀ sp4 ਨਹੀਂ ਆਣਾ ਜੀ sp3 ਦੀ ਜਗ੍ਹਾ ਤੇ ਜੇ p3 ਨਹੀਂ ਆਰਬਿਟਲ ਹੁੰਦੇ ਆ ਮਤਲਬ ਹੁਣ ਆਪਾਂ ਨੂੰ b+2 ਸਟੂਡੈਂਟਸ b ਆ ਘੱਟੋ ਘੱਟ ਇੰਨਾ ਪਤਾ ਹੋਣਾ ਚਾਹੀਦਾ ਕਿ p3 ਨਹੀਂ ਹੁੰਦੇ और 3 नहीं है सर d ਇੱਕ ਹੋਰ ਆ ਜੋ ਇੱਕ ਹੋਰ ਨਹੀਂ ਪਤਾ ਸੀ ਸਰ ਇੱਕ ਆਰਬਿਟਲ ਹੋਰ ਲੈ ਲੈਂਦੇ ਜਾਂ ਕਿੱਥੇ ਇਹਦੇ ਨਾਲ 4 ਬੋਲ ਨਹੀਂ ਆਉਂਦੇ 5 1 2 3 4 5 ਇਧਰ ਵਾਲਾ ਕਹਿੰਦਾ ਹਾਂ ਇਹਦੇ ਨਾਲ 3 ਤਾਂ b ਹੈ 2 ਆਰ ਤੇ ਦੂਜਾ b c100 ਇੱਥੇ ਉੱਪਰ ਪਹਿਲਾ ਇੱਥੇ ਹਾਂ ਹਾਂ 5 ਪੇਅਰ ਹੋ ਗਏ ਹਾਂ ਤਾਂ ਫਿਰ sp3d 5 ਹੋ ਤਾਂ ਗਏ d ਠੀਕ ਹੈ सर उसका नाम क्या होगा सर कि ਇਹਦਾ ਦੇ नीचे ट्रायंगल दो पिरामिड की बनया ट्रायंगुलर बाय पिरामिड ठीक है अपने सिंपली डिक्शनरी यूज करनी है कोई बहुत दिमाग नहीं लगाना ठीक है ना आ देखा झूला भी बन गया आ स्टैंड आ जिथे बच्चे बैठे होंगे ने रस्सी सौ आ देख आप आए ते आए ना टी अपने माइंड नहीं यूज करना खास गल नहीं ठीक है बच्चे ये सही गल है मतलब कोई अपन रॉकेट साइंस नहीं पढ़ रहे जो बोर्ड पे लिखा हुआ है वही है ठीक है हाँ जी नाउ ठीक है बच्चे जिवें 5 ਵਿੱਚੋਂ ਆਪਾਂ ਨੇ 3 ਪਲੇਨਸ ਤੇ ਰੱਖੇ ਸੀ ਜਿਵੇਂ 5 ਵਿੱਚੋਂ ਆਪਾਂ ਨੇ 3 ਪਲੇਨਸ ਤੇ ਰੱਖੇ ਸੀ ਤੇ 2 ਪਿਰਾਮਿਡ ਤੇ ਹੁਣ ਆਪਾਂ 4 ਪਲੇਨਸ ਤੇ ਰੱਖ ਲਏ 6 ਚੋਂ
एक above the plane, एक below the plane. So B and B. इसमें अपन दो नेम्स देते हैं. हाइब्रिडाइजेशन होगी sp3d2. नेम इज ऑक्टाहेड्रल या जिन्हें दिख रहे हैं स्क्वायर बायपिरामिडल. ठीक है, स्क्वायर बायपिरामिडल. ठीक है, दोनों नेम्स दे सकते हैं. हाँ जी रटे, जिਵੇਂ ट्रिगोनल बायपिरामिडल ਚ ਆਪਾਂ ਨੇ ਲੋਨ ਪੇਅਰਸ ਪਲੇਨ ਤੇ ਲਗਾਏ ਸੀ, ਇੱਥੇ ਆਪਾਂ ਪਿਰਾਮਿਡਸ ਤੇ ਲਗਾਵਾਂਗੇ. ਬਸ ਸਿਰਫ ਇੰਨਾ ਥੋੜਾ ਰੋਲ ਹੈ ਯਾਦ ਕਰਨ ਦਾ. ਠੀਕ ਹੈ, ਸੋ ਕਿਸੇ ਵੀ ਇੱਕ ਪਿਰਾਮਿਡ ਤੇ ਲਗਾ ਦਿਓ. सो अपनी शेप की होगी स्क्वायर पिरामिड. जो ऊपर वाली स्क्वायर बाय पिरामिडल सी, कहते एक पिरामिड रह गया तो स्क्वायर पिरामिड. डन. ठीक है, आगे देखो. ठीक है बेटे, सो दोनों पिरामिड्स पे लोन पेयर्स, शेप रहेगी स्क्वायर होगी. ठीक है, स्क्वायर प्लेनर. क्लियर है? नेक्स्ट. सो ए वाले केसेस भी खत्म. ठीक है, 6 वाले केसेस भी खत्म हो चुके. ਹੁਣ ਆਪਾਂ 7 ਵਾਲੇ ਕੇਸ ਤੇ ਆ ਗਏ. ਇੱਕ ਇਕਲੌਤੀ ਐਗਜ਼ਾਮਪਲ ਹੈ. ਸੋ 7 ਚੋਂ ਆਪਾਂ ਕੀ ਕਰਾਂਗੇ, 5 ਨੂੰ ਪਲੇਨਸ ਚ ਰੱਖਾਂਗੇ ਪੈਂਟਾਗਨ ਦੀ ਫਾਰਮ ਚ. ਦੋ ਨੂੰ ਪਿਰਾਮਿਡਸ ਤੇ ਰੱਖਾਂਗੇ. ਅਨਮੋਲ ਸ਼ੇਪ ਦਾ ਨਾਮ ਕੀ ਬਣਿਆ? सर पेंटागोनल बाइपिरामिडल. ठीक है, सो पेंटागोनल बायपिरामिडल. डन. सो हाइब्रिडाइजेशन ऑफ A will be sp3d3. डन है बच्चे. सो these are your shapes. ਹੁਣ ਜਿਹੜੇ ਕੰਪਾਊਂਡਸ ਆਪਾਂ ਨੂੰ ਆ ਸਕਦੇ ਆ, ਬਾਅਦ ਚ ਆਪਾਂ ਉਲਟਾ ਕਰਾਂਗੇ ਕਿ ਕੰਪਾਊਂਡਸ ਤੋਂ ਆਪਾਂ ਸ਼ੇਪਸ ਤੱਕ ਕਿਵੇਂ ਪਹੁੰਚਣਾ ਹੈ. ਠੀਕ ਹੈ, ਸੋ ਦੇਖੋ ਬच्चे, AB2 ਦੀਆਂ ਆਪਣੇ ਕੋਲ ਲੀਨੀਅਰ ਦੀਆਂ ਆਪਣੇ ਕੋਲ ਦੋ ਐਗਜ਼ਾਮਪਲਸ ਬਣਦੀਆਂ ਪੂਰੀ ਕੈਮਿਸਟਰੀ ਚ, ਜਾਂ CO2 ਜਾਂ BeF2. ਦੋਨੋਂ +2 ਚ ਨਹੀਂ ਆਉਂਦੀਆਂ. ਡਨ. ਠੀਕ ਹੈ, ਇਸ ਦੀ ਆਪਣੇ ਕੋਲ ਇੱਕ ਸਲਫਰ ਟ੍ਰਾਈਆਕਸਾਈਡ ਬਣਦੀ ਹੈ. ਸੋ ਦੇਖੋ, ਇੱਕ ਬਣਦੀ ਹੈ BF3, ਉਹਦੀ ਆਪਾਂ ਨੂੰ ਲੋੜ ਨਹੀਂ. ਹੋ ਗਿਆ. ਠੀਕ ਹੈ, ਇਹ ਸ਼ੇਪਸ ਕਿਵੇਂ ਆਉਂਦੀਆਂ ਆਪਾਂ ਕਰਾਂਗੇ. ਹਰ ਰੁਕ ਜਾਓ. इसकी बनती है सल्फर डाइऑक्साइड. वेरी मच इन द सिलेबस. क्लियर? हाँ जी, जो अपने सिलेबस च है ਉਹਦੇ ਵਿੱਚੋਂ xenon tetroxide pyramid, xenon trioxide and बहुत सारियां अपने सिलेबस च है. एमोनिया, नाइट्रोजन ਦੇ ਨੀਚੇ ਫਾਸਫੀਨ, ਫਾਸਫੀਨ ਦੇ ਨੀਚੇ ਆਰਸੀਨ, ਸਟਾਈਲੀਨ, ਬਿਸਮਥੀਨ. ਹੁਣ ਦੇਖੋ सेंट्रल एटम खत्म हो गए, साइड एटम चेंज कर दो. NF3, PCl3, they all will have pyramidal shape with sp3 hybridization of the central atom. Done with it? क्लियर? क्योंकि हम जेड़ा अपने सिलेबस है वो चंगी तरह करना होगा. हाँ जी, कमिंग ऑन टू बेंट. वाटर, H2S, H2SC, H2PE. सो वाटर के नाल H रिप्लेस कर दो, OF2, Cl2O. They all will have bent shape with sp3 hybridization of the central atom. Done? इधर आ जाओ. sp3d, typical example PCl5. सीसॉ. हाँ जी, कोई एग्जांपल दसे भी.
ਕਿਹੜਾ ਸੈਲ ਕੀ ਕਿਹੜਾ CL5 PCL ਉੱਤੇ ਲਿਖਿਆ ਹੋਇਆ ਦੇਖੋ। ਦੇਖੋ ਉਹਦੇ ਐਗਜ਼ਾਮਪਲਸ ਨੂੰ ਕ੍ਰੀਏਟ ਕਰਨਾ ਸਿੱਖੋ, ਐਡੀ ਕੋਈ ਰਾਕਟ ਨਹੀਂ ਚਲਾ ਰਹੇ ਤੁਸੀਂ। ਇਧਰ ਦੇਖੋ 4 ਸਿਗਮਾ ਬੌਂਡ ਬਣਾਏ ਆ A ਨੇ, ਇਹ ਕੁਝ ਵੀ ਨਹੀਂ, ਅਗਲਾ ਤੁਸੀਂ ਦੱਸਿਓ। A ਨੇ 4 ਸਿਗਮਾ ਬੌਂਡ ਬਣਾਏ ਨੇ, ਸਿਗਮਾ ਬੌਂਡ ਕਦੇ ਨਾ ਬਣਨਗੇ, ਇੱਕ ਇਲੈਕਟ੍ਰੋਨ ਦਾ ਚੇਂਜ ਹੈ ਨਾ, ਸੋ 4 ਇਲੈਕਟ੍ਰੋਨ ਹੋ ਗਏ ਉਹਦੇ ਕੋਲੇ। ਇੱਕ ਉਹਦੇ ਕੋਲੇ ਪੇਅਰ ਬਚਿਆ ਪਿਆ, ਸੋ ਟੋਟਲ ਕਿੰਨੇ ਇਲੈਕਟ੍ਰੋਨ ਹੈ A ਕੋਲੇ 6। 6 ਕਿਹਦੇ ਕੋਲੇ ਹੁੰਦੇ ਨੇ ਆਕਸੀਜਨ। ਆਕਸੀਜਨ ਤਾਂ OF4 ਬਣਾਉਂਦਾ ਨਹੀਂ, ਆਕਸੀਜਨ ਦੇ ਨੀਚੇ ਸਲਫਰ, ਸਲਫਰ ਟੈਟਰਾਫਲੋਰਾਈਡ। तो बल्ले पै गई गल के नहीं। सो एग्जांपल्स में इतना क्रिएट करो, एदी क्रिएट करो। हां PCl3 PCl3 ਅੱਜ ਤੇ ਏਰੀਆ ਦੇ 4 ਸਿਗਮਾ ਗਏ ਸੀ, ਇੱਕ ਵਾਰੀ ਨੇਮਿੰਗ ਗੱਲ ਕੀਤੀ ਤੇ 4 ਸਿਗਮਾ 1 2 3 4 ਉਹਨਾਂ ਨੇ ਮੈਂ ਦੂਜਾ तो लोन पे रह गए। बेटा बसा ਤਾਂ ਬੜੇ ਹੋ ਕਲਾਸ ਚ, ਮੈਨੂੰ ਮਜਬੂਰ ਨਾ ਕਰੋ ਮੈਂ ਬਾਹਰ ਕੱਢਦਾ। ਮੈਂ ਕਿਹਾ ਜੀ ਮੈਨੂੰ ਮਜਬੂਰ ਨਾ ਕਰੋ ਮੈਂ ਬਾਹਰ ਕੱਢਦਾ, ਬਸਾ ਤਾਂ ਆਏ ਸੁੱਖ ਨਾਲ। ਜੇ ਡੇਲੀ ਆਉਂਦਾ ਤਾਂ ਮੈਂ ਸ਼ਾਇਦ ਹੁਣ ਤਾਂ ਕੱਢ ਹੀ ਚੁੱਕਿਆ ਹੁੰਦਾ, ਬੰਦਾ ਐ ਮਸਾ ਤਾਂ ਤੀਜੀ ਚੌਥੀ ਹਾਜ਼ਰੀ ਹੈ ਸਾਲ ਚ ਆਪਣੀ। ਹਾਂਜੀ ਰੜੇ ਕੋਈ ਵੀ ਐਗਜ਼ਾਮਪਲ ਕ੍ਰੀਏਟ ਨਹੀਂ ਕਰ ਸਕਦੇ ਤੁਸੀਂ। सेंट्रल एटम गैस नहीं किया ना, देखो 3 सिग्मा, हाँ कौन बोला सी हेलोजन, 3 सिग्मा ने, सो 3 इलेक्ट्रॉन बचे हुए कितने पे हैं 4, 4 ते 3 7, 7 किदे कोल हुंदे ने फ्लोरीन क्लोरीन ब्रोमीन आयोडीन आ लो। सो क्लोरीन जिहदे कोल 7 इलेक्ट्रॉन सी 3 उसने कर ले शेयर, होगी एग्जांपल ठीक है। जितनी मर्जी कर लो ClF3 ICl3 एक्सेट्रा डन। ਹੁਣ ਇੱਧਰ ਆ ਜਾਓ, ਇਹਦੀ ਐਗਜ਼ਾਮਪਲ ਜ਼ੀਨੋਨ ਡਾਈਫਲੋਰਾਈਡ। ਸੋ 8 ਇਲੈਕਟ੍ਰॉन्स ਹੈ, 2 शेयर हो गए, हो गया। ਹੁਣ ਇੱਧਰ ਕਰ ਦੋਗੇ SF6 ठीक है। नीचे हाँ युवराज नीचे वाली एग्जांपल हाँ 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 और बोल मौका लगता है तो मैं बोलूंगा। एक मिनट यार आना करो। हाँ सो सेंट्रल एटम पर कितने इलेक्ट्रॉन्स है 5 ਤੇ 2 7। सो आयोडीन ਜਿਹਦੇ 5 इलेक्ट्रॉन्स ਹੋਏ ਵੇ ਹੈ शेयर IFI BRFI कुछ मर्जी लिख दो। हाँ जी फारिश की एग्जांपल एक मिनट हाँ जी हाँ पूरी है हाँ नोबल गैस यानी कि ज़ीनॉन ਉਹਦੇ ਵਿੱਚੋਂ ਕਿਹੜਾ ਟੈਟਰਾਫਲੋਰਾਈਡ ਠੀਕ ਹੈ। ਇਹਦੀ ਐਗਜ਼ਾਮਪਲ ਹੋਗੀ IF क्लियर। पैदा करना ठीक है। एक बार नोट करो फिर हम क्वेश्चंस करते हैं। सो ਆਪਾਂ ਕਰਦੇ हैं कि मतलब देखो नहीं तो एक क्रैमिंग पार्ट हो गया है ना। ਤਾਂ ਹੁਣ ਆਪਾਂ ਨੂੰ ਕੁਐਸਚਨ ਇਦਾਂ ਨਹੀਂ ਨਾ ਹੋਊਗਾ ਉੱਥੇ ਐਗਜ਼ਾਮ 'ਚ ਕਿਹੜਾ ਆਏ ਕੁਐਸਚਨ ਆਊਗਾ ਕਿ ਦੱਸੋ sp3 ਡੀਹਾਈਬ੍ਰਿਡੇਸ਼ਨ ਕਿਸ ਦੀ ਹੋਊਗੀ। ਹਾਂ ਉਸ 'ਚ ਆ ਸਕਦਾ MCQs 'ਚ ਠੀਕ ਹੈ ਨਾ। ਥਿਉਰੀ ਦੇ ਵਿੱਚ ਤਾਂ ਆਪਾਂ ਨੂੰ ਕੰਪਾਊਂਡ ਦਿੱਤਾ ਹੋਊਗਾ ਤੇ ਉਸ ਦੀ ਹਾਈਬ੍ਰਿਡਾਈਜੇਸ਼ਨ ਐਂਡ ਸਟਰਕਚਰ ਪੁੱਛਿਆ ਹੋਊਗਾ। ਤੇ ਇੱਕ ਗੱਲ ਤਾਂ ਯਾਦ ਹੀ ਰੱਖੋ ਕਿ ਜ਼ੀਨੋਨ ਦੇ ਤਾਂ ਕੰਪਾਊਂਡਸ ਆਣਗੇ ਕੁਝ ਨਾ ਕੁਝ ਠੀਕ ਹੈ। ਆ ਸਾਰੇ ਕੰਪਾਊਂਡਸ ਦੇ ਸਟਰਕਚਰਸ ਐਂਡ ਹਾਈਬ੍ਰਿਡਾਈਜੇਸ਼ਨਸ ਆਪਾਂ ਨੂੰ ਆਉਣੀਆਂ ਚਾਹੀਦੀਆਂ।
ठीक है जी। सो ऑल दीज वी शुड नो, ठीक है ना। ਤੇ ਆਪਾਂ ਨੂੰ ਜਦੋਂ ਆਪਾਂ ਗਰੁੱਪ 18 ਕਰਦੇ ਹਾਂ, ਕਿਉਂਕਿ ਗਰੁੱਪ 18 ਚ ਰਿਐਕਸ਼ਨਸ ਤਾਂ ਹੁੰਦੀ ਨਹੀਂ, ਨੋਬਲ ਗੈਸਸ ਹੈ ਇਹ, ਠੀਕ ਹੈ। ਤਾਂ ਬਸ ਇਹ ਕੰਪਾਊਂਡ ਦੇ ਸਟਰਕਚਰਸ ਹੀ ਕਰਨੇ ਹੁੰਦੇ ਨੇ ਤੇ ਕਿਵੇਂ ਪ੍ਰਿਪੇਅਰ ਹੁੰਦੇ ਆ, ਠੀਕ ਹੈ। ਤਿੰਨ ਕੁਐਸਚਨਸ ਆਣਗੇ ਗਰੁੱਪ 18 ਚੋਂ। ਇੱਕ ਤਾਂ ਕਿ ਇਹ ਕੰਪਾਊਂਡਸ ਕਿੱਦਾਂ ਪ੍ਰਿਪੇਅਰ ਹੁੰਦੇ ਨੇ, ਦੂਜਾ ਇਹਨਾਂ ਦੇ ਸਟਰਕਚਰਸ ਤੇ ਹਾਈਬ੍ਰਿਡਾਈਜੇਸ਼ਨਸ, ਤੀਸਰਾ ਇਹਨਾਂ ਦੇ ਰਿਐਕਸ਼ਨਸ ਵਿਦ ਵਾਟਰ, ਦੈਟਸ ਇਟ, ਠੀਕ ਹੈ। ਹੁਣ ਦੇਖੋ ਸੋ ਦੇ ਆਪਾਂ ਬਿਲਕੁਲ ਫਰਸਟ ਤੋਂ ਸਟਾਰਟ ਕਰਦੇ ਹਾਂ। ਮਤਲਬ ਆਪਾਂ ਨੂੰ ਜਨਰਲ ਸਟਰਕਚਰ ਯਾਦ ਹੋਣਾ ਚਾਹੀਦਾ। ਕੀ ਲਰਨ ਹੋਣਾ ਚਾਹੀਦਾ ਹੈ ਕਿ sp ਤੇ ਲੀਨੀਅਰ, sp2 ਤੇ ਟ੍ਰਿਗਨਲ ਬਾਈ ਟ੍ਰਾਇੰਗੂਲਰ, sp3 ਤੇ ਟੈਟਰਾਹੈਡਰਲ, sp3d ਤੇ ਟ੍ਰਿਗਨਲ ਬਾਈਪਿਰਾਮਿਡਲ, sp3d2 ਤੇ octahedral and sp3d3 ਤੇ pentagonal बाइपिरामिडल, ठीक है। शेप सोडी ऑटोमेटिकली सही बनूगी। देखो कितने फॉर एग्जांपल ਆਪਾਂ ਨੂੰ सल्फर डाइऑक्साइड ਆਂਦੀ ਹੈ, ठीक है। रफ वर्क ਦੇ ਵਿੱਚ ਪਹਿਲਾਂ सल्फर ਲਿਖੋ ਜਿਹੜਾ ਸੈਂਟਰਲ ਐਟਮ ਹੈ ਜਿਹਦੀ ਹਾਈਬ੍ਰਿਡਾਈਜੇਸ਼ਨ ਹੈ। ਦੇਖੋ ਇੱਥੇ ਆਪਾਂ ਨੂੰ ਬੇਸਿਕਸ ਕੰਮ ਆਉਂਦੇ ਆ, ਠੀਕ ਹੈ ਨਾ। सल्फर ਦੇ ਆਊਟਰ ਸ਼ੈਲ 'ਚ ਕਿੰਨੇ ਇਲੈਕਟ੍ਰੋਨਸ ਹੁੰਦੇ ਆ? 6, ठीक है। वो 6 इलेक्ट्रॉन्स बनाओ, जो मर्जी बना लो एक बार रफ च, डन। ਉਹਨਾਂ ਚੋਂ ਆਕਸੀਜਨ ਡਬਲ ਬੌਂਡ ਬਣਾਉਂਦੀ ਹੁੰਦੀ ਹੈ, ਦੋ ਦੋ ਆਪਾਂ ਨੇ ਕਰਵਾਤੇ ਸ਼ੇਅਰ, ਠੀਕ ਹੈ। ਸ਼ੁਭ ਟੋਟਲ ਸਿਗਮਾ ਬੌਂਡ ਕਿੰਨੇ ਹੋਏ ਆਪਣੇ ਕੋਲ? आई करके देख, मैं बॉन्ड ही 4 बनाए हैं, तू 5 किहड़े देख ले? मैं त्रिनेत्र वाली गल हो गई भी 2 अखां नाल देख 4 ही दिस रहे हैं, पंजवां दा त्रिनेत्र नाल दिसदा। पंजवां किहड़ा देखिया है किथे? आ तो नहीं, ओ ये लग है इंटरनेट कीता होया है 5 बॉन्ड। पहले मैंने 5 दस जे 4 भी कहो तो आप मान लो, देखना भी 5 कितने बैठ ले ये वही अंडरलाइन लब है। चलो आगे बताइए। सो अपने को लिखे प्रमुख कितने सिग्मा बॉन्ड्स हैं? 2 सिग्मा है ना। जो भी मल्टीपल बॉन्ड्स होते हैं उन्हां चों एक सिग्मा होता है और बाकी सारे पाई। ता ये 2 बॉन्ड्स ने, मतलब एक डबल बॉन्ड है ना, इधर भी एक डबल बॉन्ड था, एक सिग्मा एक पाई। सो देयर आर 2 सिग्मा and एक lone pair, total becomes 3. So sp2 is the hybridization of sulfur, ठीक है। ये शेप नहीं है कि अपनी हुन sp2 ਦੇ ਅਕੋਰਡਿੰਗ ਆਪਣੀ ਨਾਰਮਲ ਸ਼ੇਪ ਕਿਹੜੀ ਹੁੰਦੀ ਹੈ? ट्रायंगुलर। ਤਾਂ ਪਹਿਲਾਂ ट्रायंगल ਬਣਾ ਲਓ। ਦੇਖੋ सल्फर लिखो ਤੇ ट्रायंगल, एक जगह पे लगाओ लोन पेयर, 2 जगह पे ऑक्सीजन, ऑटोमेटिकली बेंड कर, ऑटोमेटिकली सही ही बनूगी शेप। क्लियर है वो? और ठीक है, जिद्दां कि ਆਪਾਂ ਨੂੰ शेप आंदी है xenon ट्राइऑक्साइड, ठीक है। we know कि xenon is the central atom जिसदे कोल there are 8 इलेक्ट्रॉन्स। ऑक्सीजन डबल बॉन्ड बना के 2 इलेक्ट्रॉन्स ਨੂੰ शेयर करके डन, ठीक है। मतलब सिग्मा बॉन्ड्स कितने हैं? 3। लोन पेयर कितने हैं? 1। टोटल कितना हो गया? 4। हाइब्रिडाइजेशन कितनी है? sp3 is the hybridization of xenon। sp3 ਦੇ ਅਕੋਰਡਿੰਗ मतलब रेगुलर शेप ਕਿਹੜੀ ਹੁੰਦੀ ਹੈ ਰਾਜੇ? पता नहीं। sp3 ਦੇ ਅਕੋਰਡਿੰਗ ਨਾਰਮਲ ਸ਼ੇਪ ਕਿਹੜੀ ਹੁੰਦੀ ਹੈ? या 4 ਐਟਮਾਂ ਦੇ ਅਕੋਰਡਿੰਗ ਕਿਹੜੀ ਸ਼ੇਪ ਆਉਂਦੀ ਹੁੰਦੀ ਹੈ? ट्रायंगुलर हाँ जी ट्रायंगुलर पिरामिड। पारिश बाइकाउंट टेट्रा
पता नहीं जिन्नियां भी ने सारे गिना दे ਉੱਥੇ ਨੰਬਰ ਮਿਲਦਾ ਨਹੀਂ ਜਿਹੜੇ ਆਏ ਨੇ ਪਹਿਲਾਂ ਕਹਿੰਦਾ ਵੀ ਟ੍ਰਾਇੰਗੂਲਰ ਟੈਟਰਾਹੈਡਰਲ ਟ੍ਰਾਇੰਗੂਲਰ ਬੈਕਗ੍ਰਾਉਂਡ ਦੀ ਸਾਰਾ ਚੈੱਕ ਤਾਂ ਸਹੀ ਹੋਊਗੀ ਟੀਚਰ ਲੱਭ ਕੇ ਆਪਣੇ ਆਪ ਸਹੀ ਕਰ ਦੂਗਾ ਠੀਕ ਹੈ ਨਾ ਆਪਾਂ ਆਪ ਮਲਟੀਪਲ ਚੋਇਸ ਕਰਨਾ ਟੀਚਰ ਹਾਂ ਜੀ ਹਾਂ ਕਿਹੜੀ ਹੈ ਸੋ sp3 ਦੇ ਅਕੋਰਡਿੰਗ ਆਪਾਂ ਪਿਰਾਮਿਡਲ ਤੇ ਵਜੇ ਲੇਟਰ ਔਨ ਪਹੁੰਚਾਂਗੇ sp3 ਦੇ ਅਕੋਰਡਿੰਗ ਨਾਰਮਲ ਸ਼ੇਪ ਇਜ਼ ਟੈਟਰਾਹੈਡਰਲ ਤੁਸੀਂ ਪਹਿਲਾਂ ਟੈਟਰਾਹੈਡਰਲ ਬਣਾਓਗੇ xenon लिख के 1 2 3 एंड 4 ठीक है जे डायरेक्ट क्रैम करोगे ना तो ये क्वेश्चन उत्थे गलत होगा ठीक है सो देखो एक लोन पेयर o and o done so this becomes pyramidal just like ammonia जिवें ammonia होता ठीक है हुन देखो ਆਪਾਂ ਵਾਟਰ ਦੇ ਕਿਵੇਂ ਪਹੁੰਚਦੇ ਹਾਂ ਲਾਈਕ ਲੈਟ ਇਟ ਬੀ ਆਪਾਂ ਨੂੰ ਸ਼ੇਪ ਆਂਦੀ ਹੈ H2S H2S ਦੇ ਵਿੱਚ ਸਲਫਰ ਇਜ਼ the central atom ਜਿਸ ਦੇ ਕੋਲ there are 6 electrons ਤੁਸੀਂ ਇੱਕ ਇੱਕ ਇਲੈਕਟ੍ਰੋਨ ਇੱਕ ਇੱਕ ਹਾਈਡਰੋਜਨ ਦੇ ਨਾਲ ਸ਼ੇਅਰ ਕਰਵਾਤਾ ਦੋ ਸਿਗਮਾ ਦੋ ਲੋਨ ਪੇਅਰ ਹਾਈਬ੍ਰਿਡਾਈਜੇਸ਼ਨ ਇਜ਼ sp3 sp3 ਦੇ ਅਕੋਰਡਿੰਗ ਨਾਰਮਲ ਸ਼ੇਪ ਇਜ਼ ਟੈਟਰਾਹੈਡਰਲ ਬਣਾਓ ਪਹਿਲਾਂ 1 2 3 and 4 दो जगह पे लगाओ लोन पेयर्स s सॉरी h and h सो शेप किहड़ी बन गई बेंट एक चीज और ध्यान च रखियो क्योंकि इस बार ਤੁਹਾਨੂੰ एमसीक्यूज एग्जाम च भी आने हैं ठीक है ना तो देखो ये रेगुलर शेप्स ਨੂੰ लर्न करना जरूरी है देखो ये sp2 ਦੇ ਅਕੋਰਡਿੰਗ बेंट बन गई ठीक है ना देखो जे तो उत्थे एग्जाम च लिखा हुआ है शेप ऑफ सल्फर डाइऑक्साइड इज जे तो बेंट या एंगुलर दिता हुआ है टिक जे बेंट या एंगुलर नहीं हैगा तो उत्थे एक ऑप्शन किहड़ी होगी हां जी की ये दूसरी भी हो सकती है वैसे हां ट्रायंगल सर सो उत्थे जे बेंट या एंगुलर ना हुई तो उत्थे एक शेप होगी डिस्टॉर्टेड ट्रायंगुलर प्लेनर जे डिस्टॉर्टेड भी ना हुई तो शेप होगी ट्रायंगुलर एनी जल्दी अपने नाम पे नहीं पहुंचना ठीक है सो पहला बेंट जेड़ा बिल्कुल ढुकवा सही है दूसरा डिस्टॉर्टेड ट्रायंगुलर तीसरा ट्रायंगुलर क्योंकि देखो रे उन्होंने शेप्स ओनू ऑक्सीजन के हिसाब नाल नहीं दे रहे ਉਹ ਸਾਨੂੰ ਸ਼ੇਪ ਦੇ ਰਹੇ ਨੇ ਅਕੋਰਡਿੰਗ ਟੂ ਇਲੈਕਟ੍ਰੋਨਸ ਕੁਝ ਇਲੈਕਟ੍ਰੋਨਸ ਇੱਥੇ ਪਏ ਨੇ ਕੁਝ ਇੱਥੇ ਕੁਝ ਇੱਥੇ ਟ੍ਰਾਇੰਗਲ ਬਣ ਗਿਆ ਨਾ ਸੋ ਡਿਸਟੋਰਟਡ ਟ੍ਰਾਇੰਗੂਲਰ ਜਾਂ ਟ੍ਰਾਇੰਗੂਲਰ ਤਿੰਨਾਂ ਵਿੱਚੋਂ ਕੁਝ ਵੀ ਦਿੱਤਾ ਆਪਾਂ ਟਿਕ ਕਰਾਂਗੇ ਜੇ ਤਿੰਨੋਂ ਹੀ ਨਹੀਂ ਦਿੱਤੀਆਂ ਨਨ ਤਾਂ ਫਿਰ ਠੀਕ ਹੈ ਸਿਮਿਲਰਲੀ ਪਿਰਾਮਿਡਲ डिस्टॉर्टेड टेट्राहेड्रल या टेट्राहेड्रल क्लियर है ठीक है देखो ना ਆਪਾਂ ਨੂੰ ਸਟਰਕਚਰ ਆਂਦਾ ਹੈ ਟੈਲੂਰੀਅਮ ਟੈਟਰਾਕਲੋਰਾਈਡ ਠੀਕ ਹੈ ਟੈਲੂਰੀਅਮ ਬਿਲੋਂਗਸ ਟੂ ਕਿਹੜੀ ਫੈਮਿਲੀ हाँ joint के nuclear atoms tellurium belongs to oxygen family so is the outer shell कितने electrons है 6 electrons ठीक है जी 6 electrons ਉਹ 6 ਚੋਂ ਆਪਾਂ 4 ਵਜੇ क्लोरीन्स ਨਾਲ शेयर कर ले समझ हाइब्रिडाइजेशन कितनी है sp3 हर्ष sp3 d sp3d 5 है मैंने 5 दिख रहे हैं 1 2 3 4 5 एक लोन पेयर भी काउंट करना अपन ठीक है ना सो sp3d sp3d ਦੇ ਅਕੋਰਡਿੰਗ ਯੂਰਾਜ ਨਾਰਮਲ ਸ਼ੇਪ ਕਿਹੜੀ ਹੁੰਦੀ ਹੈ ਲੱਭੂਗਾ ਕੀ ਪਤਾ ਕਿੱਥੋਂ ਲੱਭੇਗਾ
ਟ੍ਰਾਇੰਗੂਲਰ ਬਾਇਪਿਰਾਮਿਡਲ ਉਹ ਆਪਾਂ ਬਣਾ ਲਈ ਪਹਿਲਾਂ। ਠੀਕ ਹੈ ਬੇਟੇ, ਹੋ ਗਿਆ। ਇੱਕ ਜਗ੍ਹਾ ਤੇ ਲੋਡ ਪਿਆ, ਸੋ ਕਲੋਰੀਨਸ ਆਪਾਂ ਲਗਾ ਦਿਆਂ। ਇਸ ਸ਼ੇਪ ਨੂੰ ਆਪਾਂ ਕੀ ਕਹਿੰਦੇ ਆ ਅਲੀਸ਼ਾ? ਸੀਸੋ। ਈਜ਼ੀ, ਉੱਥੇ ਹੀ ਪਹੁੰਚ ਜਾਗੇ ਆਪਾਂ। ਚਲੋ ਹੁਣ ਆਪਣੀਆਂ ਕਾਪੀਜ਼ ਖੋਲੋ ਤੁਸੀਂ। ਠੀਕ ਹੈ, ਲੈਟਸ ਸੀ ਕਿ ਤੁਸੀਂ ਕੀ ਰੰਗ ਲਾਉਂਦੇ ਹੋ। ਚਲੋ ਇਹ ਕਾਪੀਜ਼ ਖੋਲੋ ਜਲਦੀ ਜਲਦੀ। ਠੀਕ ਹੈ, ਤੇ ਪ੍ਰੈਕਟਿਸ ਕਰੋ।